ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਬਰਾਬਰੀ ਅਤੇ ਪਿਆਰ ਦਾ ਪਾਠ ਪੜਾਇਆ। ਹਰ ਇੱਕ ਨੂੰ ਆਪਣੇ ਧਰਮ ਵਿੱਚ ਰਹਿ ਕੇ ਜ਼ਿੰਦਗੀ ਦੀਆਂ ਖੁਸ਼ੀਆਂ ਮਾਣਨ ਦੀ ਆਜ਼ਾਦੀ ਦੀ ਸਿੱਖਿਆ ਦਿੱਤੀ। ਪਰ ਇਸ ਦੇ ਉਲਟ ਤੁਰਕ ਅਤੇ ਮੁਗਲ ਹਮਲਾਵਰ ਖੁਦ ਨੂੰ ਅਨੋਖੇ ਸਮਝਦੇ ਸਨ। ਉਹ ਦੋਨਾਂ ਹੱਥਾਂ ਨਾਲ ਮੁਲਕ ਨੂੰ ਲੁੱਟ ਰਹੇ ਸੀ ਅਤੇ ਤਲਵਾਰ ਨੂੰ ਮਜ਼ਹਬ ਦੀ ਜ਼ੁਬਾਨ ਬਣਾ ਕੇ ਹਰ ਇੱਕ ਜਾਤ ਉੱਪਰ ਆਪਣਾ ਧਰਮ ਥੋਪ ਰਹੇ ਸੀ। ਬਿਨਾਂ ਰੋਕ ਟੋਕ, ਲੁੱਟ ਖਸੁੱਟ ਅਤੇ ਮਾਰ ਕੁੱਟ ਦੇ ਇਸ ਸਮੇਂ ਵਿੱਚ ਧਰਮ ਪਰਿਵਰਤਨ ਤੋਂ ਘਬਰਾ ਕੇ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਦੇ ਕੋਲ ਮਦਦ ਮੰਗਣ ਪਹੁੰਚੇ। ਤਦ 8 ਸਾਲ ਦੀ ਛੋਟੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਨੇ ਕਸ਼ਮੀਰੀ ਪੰਡਤਾਂ ਦੇ ਪੱਖ ਵਿੱਚ ਆਵਾਜ਼ ਉਠਾ ਕੇ ਆਪਣੇ ਗੁਰੂ ਪਿਤਾ ਨੂੰ ਇਸ ਜ਼ੁਲਮ ਦੇ ਖਿਲਾਫ ਲੜਨ ਲਈ ਕਿਹਾ। ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦਾ ਸਾਹਮਣਾ ਕੀਤਾ। ਉਹਨਾਂ ਕਸ਼ਮੀਰੀ ਪੰਡਤਾਂ ਦੇ ਮਨੁੱਖੀ ਅਧਿਕਾਰਾਂ ਹਿਊਮਨ ਰਾਈਟਸ ਦੇ ਲਈ ਜਦੋਂ ਇਹ ਸ਼ਬਦ ਵੀ ਇਜਾਦ ਨਹੀਂ ਹੋਇਆ ਸੀ, ਦਿੱਲੀ ਜਾ ਕੇ ਆਪਣਾ ਸ਼ੀਸ਼ ਦੇ ਦਿੱਤਾ। ਪਰ ਧਰਮ ਪਰਿਵਰਤਨ ਦਾ ਇਹ ਜ਼ੁਲਮ ਰੁਕਿਆ ਨਹੀਂ। ਦਸ਼ਮੇਸ਼ ਪਿਤਾ ਦੀ ਜਵਾਨੀ ਦੇ ਨਾਲ ਨਾਲ ਹੀ ਇਸ ਜ਼ੁਲਮ ਦੇ ਖਿਲਾਫ ਲੜਨ ਦਾ ਜਜ਼ਬਾ ਵੀ ਜਵਾਨ ਹੋ ਗਿਆ। ਉਹਨਾਂ ਨੇ ਆਪਣੇ ਵਿਚਾਰਾਂ ਨਾਲ ਅਗਿਆਨਤਾ ਦੇ ਹਨੇਰੇ ਨੂੰ ਅਤੇ ਆਪਣੀ ਤਲਵਾਰ ਨਾਲ ਜ਼ੁਲਮ ਨੂੰ ਮਿਟਾਉਣ ਦਾ ਫੈਸਲਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਪੂਰੀ ਮੁਗਲਿਆ ਹਕੂਮਤ ਨੂੰ ਝੰਜੋੜ ਕੇ ਰੱਖ ਦਿੱਤਾ। ਲੋਕਾਂ ਦੇ ਹੱਕ, ਸੱਚ ਤੇ ਧਰਮ ਦੀ ਆਜ਼ਾਦੀ ਲਈ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਆਪਣੇ 4 ਸਾਹਿਬਜ਼ਾਦੇ। ਸ੍ਰੀ ਅਨੰਦਪੁਰ ਸਾਹਿਬ ਇੱਕ ਪਾਸੇ ਠਾਠਾਂ ਮਾਰਦਾ ਸਤਲੁਜ ਦਾ ਦਰਿਆ, ਦੂਜੇ ਪਾਸੇ ਅਸਮਾਨੀ ਰੰਗ ਵਿੱਚ ਘੋਲਿਆ ਸਿਰਸਾ ਨਦੀ ਦਾ ਪਾਣੀ। ਰੰਗ ਬਿਰੰਗੀ ਹਰੀ ਭਰੀ ਵਾਦੀ ਦੀ ਬੁੱਕਲ ਵਿੱਚ ਗੁਰੂ ਜੀ ਦੇ 4 ਸਾਹਿਬਜ਼ਾਦੇ ਹੱਸੇ ਖੇਡੇ ਤੇ ਮੁਸਕਰਾਏ। ਉਹ ਨਗਾਰੇ ਦੀ ਚੋਟ ਨਾਲ ਖੁੱਲੀ ਹਵਾ ਵਿੱਚ ਉੱਡਦੇ ਤੇ ਲੋਕੀ ਵੇਖਦੇ ਰਹਿ ਜਾਂਦੇ। गुरु पिता जी ने हुक्म भेजा है कि मैंने चिट्टे हाथी ते बिठा के वीरां दी दौड़ दिखाओ। मेरा भी तो नाल लिया सी। हाँ हाँ, वो कहंदे सी फतेह सिंह नूं भी नाल बिठा लई। पर मैनू तो छेती ਦੋਵੇਂ ਵੀਰੇ ਲੁਕਦੇ ਜਾ ਰਹੇ ਨੇ। ਤੁਸੀਂ ਹਾਥੀ ਨੂੰ ਅੱਗੇ ਕਰੋ। ਜੀਤਾ ਸਿੰਘ देखो वीर जी पुल दे वाल आ रहे ने। ये पुल एक कल ता टुटण तो बचिया। जिता सिंह छोटे वीर तो अकेले निकलना।
ਗੁਲਾਬ ਸਿੰਘ ਜੀ ਹੁਣ ਸਾਨੂੰ ਥੱਲੇ ਉਤਾਰੋ। ਇਹ ਹੁਕਮ ਤਾਂ ਗੁਰੂ ਸਾਹਿਬ ਨੇ ਮੈਨੂੰ ਨਹੀਂ ਦਿੱਤਾ ਸੀ। ਘੋੜਸਵਾਰੀ ਤੇ ਤੂੰ ਚੰਗੀ ਕਰ ਲੈਣਾ। ਇੱਕ ਬ੍ਰਾਹਮਣ ਫਰਿਆਦ ਲੈ ਕੇ ਆਇਆ। ਗੁਰੂ ਸਾਹਿਬ ਨੇ ਆਪ ਜੀ ਨੂੰ ਉੱਥੇ ਸੱਦਿਆ। हे दशमेश पिता, मैं बड़े बूहे खड़काए, बड़ियां को जाके फरियाद की, पर किसी ने मेरी बांह नहीं फड़ी। मेरी सच ब्याई वोटी दा हले चूड़ा भी नहीं सी उतरिया कि पठान चुक के ले गया। हुण तां तुसीं मेरी मदद कर सकदे हो। दशमेश पिता दे दरबार चों कदे भी कोई फरियादी खाली हथ नहीं मुड़िया। जो हुक्म गुरु पिता। इको कार सतगुर प्रसाद। दिल सिर सोहन पट्टियां मांगी पाए सिंदूर, से सिर काती मुन्नियन गल विच आवे धूड़। साडे मुल्क ते होए बाबर दे हमले दा श्री गुरु नानक देव जी ने अपनी बाणी च दस्सिया है। किवें सुहागणा दे सिंदूर मिट्टी विच मिल गए, जिन्हां दे सिरां ते सोहणियां पट्टियां सन। किवें उन्हां दियां बुरीआं हालतां हो गईयां। लोकां दे दर्द नूं अपने दिल विच समो के गुरु साहब ने बाबर नूं कहा सी कि इन्ना कुछ वेख के भी तै की दर्द ना आया। दादी मां ऐना ਜ਼ਾਲਮ ਸੀ ਬਾਬਰ। ਉਹਦੇ ਰਾਜ ਚ ਲੋਕੀ ਐਨੇ ਦੁਖੀ ਸੀ। ਆ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਹੈ, ਇਹਦੇ ਰਾਜ ਚ ਕਿਹੜਾ ਕੋਈ ਸੁਖੀ ਹੈ? ਵੀਰ ਜੀ ਤੁਸੀਂ ਔਰੰਗਜ਼ੇਬ ਦੀ ਗੱਲ ਕਰਦੇ ਹੋ ਨਾ? ਹਾਂ, ਉਸ ਪੱਥਰ ਦਿਲ ਇਨਸਾਨ ਦੀ। ਜ਼ੁਲਮ ਕਰਨਾ ਤਾਂ ਜਿਸ ਦੀ ਆਦਤ ਬਣ ਚੁੱਕੀ ਹੈ। ਜ਼ਾਲਮਾਂ ਦੇ ਜ਼ੁਲਮਾਂ ਬਾਰੇ ਤਾਂ ਤੁਸੀਂ ਬਥੇਰਾ ਜਾਣਦੇ ਹੋ। ਦਾਦੀ ਮਾਂ ਜਿਹੜੀ ਗੁਰਬਾਣੀ ਸਿਖਾਉਂਦੀ ਹੈ ਉਹ ਵੀ ਸਭ ਨੂੰ ਯਾਦ ਹੈ ਜਾਂ ਨਹੀਂ? ਬਾਣੀ ਤਾਂ ਸਹਿਜ ਹੁੰਦੀ ਹੈ ਗੁਰੂ ਮਾਤਾ, ਆਪੇ ਕੰਠ ਹੋ ਜਾਂਦੀ ਹੈ। हाँ गुरु माता, सुनो फिर। आद गुरु नमे, जुगाद गुरु नमे, सत गुरु नमे, श्री गुरुदेवे नमे। ਇਹ ਦੋਵੇਂ ਤਾਂ ਖਰੇ ਉਤਰੇ ਨੇ ਜੁਝਾਰ ਸਿੰਘ। ਤੇ ਤੁਹਾਡੀ ਸੰਸਕ੍ਰਿਤ ਤੇ ਫਾਰਸੀ ਦੀ ਪੜ੍ਹਾਈ ਠੀਕ ਚੱਲ ਰਹੀ ਹੈ? ਗੁਰੂ ਮਾਤਾ ਹੁਣ ਤਾਂ ਸੰਸਕ੍ਰਿਤ ਤੇ ਫਾਰਸੀ ਬੋਲਣੀ ਨਹੀਂ, ਲਿਖਣੀ ਵੀ ਜਾਣਦੇ ਆ। ਗੁਰੂ ਮਾਂ ਵੀਰ ਜੀ ਤਾਂ ਹੁਣ ਘੋੜੇ ਦੀ ਲਗਾਮ ਚੰਗੀ ਤਰ੍ਹਾਂ ਖਿੱਚ ਲੈਂਦੇ ਨੇ। ਅੱਛਾ, ਹੁਣ ਤਾਂ ਮੈਦਾਨੇ ਜੰਗ ਵਿੱਚ ਛੁੱਕਣ ਵਾਲੀ ਤਲਵਾਰ ਤੇਰੇ ਪੁੱਤਰ ਦੇ ਹੱਥਾਂ 'ਚ ਖੇਡੇਗੀ। ਕੀ ਸੋਚਣ ਲੱਗ ਪਏ ਗੁਰੂ ਮਾਂ? ਬੇਟਾ ਸ਼ਸਤਰ ਧਾਰਨ ਕਰਕੇ ਯੁੱਧ ਵਿੱਚ ਜਾਣ ਤੋਂ ਪਹਿਲਾਂ ਜਿਵੇਂ ਤੇਰਾ ਵੱਡਾ ਵੇ ਸੋਹਣਾ ਗੱਭਰੂ ਜਵਾਨ ਲੱਗਦਾ ਹੈ, ਤੂੰ ਵੀ ਉਸੇ ਤਰ੍ਹਾਂ ਲੱਗਿਆ ਕਰੇਗਾ। ਗੁਰੂ ਮਾਂ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਭਲਾ ਮੈਂ ਮੈਦਾਨੇ ਜੰਗ ਵਿੱਚ ਕਿਵੇਂ ਜਾਵਾਂਗਾ? ਉਦੋਂ ਖੁਦ ਹੀ ਦੇਖ ਲੈਣਾ। ਪਰਮਾਤਮਾ ਤੈਨੂੰ ਤੇਰੇ ਵੀਰ ਵਾਂਗੂ ਸ਼ਸਤਰ ਵਿਦਿਆ ਵਿੱਚ ਨਿਪੁੰਨਤਾ ਬਖਸ਼ੇ। ਤੇਰਾ ਗੱਤਕਾ ਕਿਵੇਂ ਚੱਲ ਰਿਹਾ ਹੈ? ਓ ਗੁਰੂ ਮਾਂ ਇਹ ਹਮੇਸ਼ਾ ਮੈਨੂੰ ਆਪਣੀ ਗੱਲਾਂ ਚਲਾ ਲੈਂਦੇ ਨੇ। ਦਾਦੀ ਮਾਤਾ। ਹਾਂ ਜਾਓ। देवकी दास, गुरु पिता का आदेश है कि अगे तो जे तेरी जोरू नाल कोई धक्का करे तो अपनी रखिया आप करनी सिखो। मैं वादा करदा हां, मैं गुरु साहब दा बहुत शुक्रगुजार हां अजीत सिंह जी, जिन्हां ने मेरी मदद लई थानू भेजिया। वाहिगुरु जी का खालसा, वाहिगुरु जी की फतेह। ਤੁਸੀਂ ਕਿੱਥੇ ਗਏ ਸੀ? जुदार वीर जी ने तो आज कमाल करती। मैं गुरु पिता नू दसन गया सी। अजीत सिंह, जुझार सिंह अज पता नहीं की खा के आया। ये तो किसी दे भी पैर नहीं लगन दे रहा। मेरा छोटा वीर हुण जवान होता जा रहा है।
वीर जी मेरी तलवारबाजी शुरू कराओ। उस्ताद जी भी यही महसूस करते ने। जुझार सिंह के शरीर विच हुण काफी फुर्ती है। तलवारबाजी दे गुर तां मैं कुछ अपने आप सीख लए ने। तुसी चाहो ते अजमा के देख लो। सच? अच्छा। मेहर सिंह जी, ठहरो, तलवार मैनू दियो। मेरे छोटे वीर ने किन्ने को गुरसिखले ने, ए मैं खुद देखना चाहता हूँ। तू अपने आप इन्ने गुरसिखले ने कि मेरा वार रोकन दे काबिल हो गए। मैदाने जंग में जिन्ना जरूरी होंदा है दुश्मन नू हराना, उस तो कितने वध होंदा है अपने आप नू बचाना। ते इसलिए अपने बचाव पक्ष नू कभी भी कमजोर ना होण दिओ। मैनू तां इंज लगदा है वीर जी कि मैं मैदाने जंग विच दुश्मन दी हथ फड़ी तलवार नू छुड़ा सकदा हां। मैं सिंह सोना पठाली चल चुकी है, हुणे दे गहने बनाने शुरू करो। पर याद रहे, सिंह दी किरपान किरपा करन ਲਈ उठती है, जुर्म करन ਲਈ नहीं। ਵੀਰ ਜੀ ਹੁਣ ਤੁਸੀਂ ਗੱਤਕਾ ਛੇਤੀ ਛੇਤੀ ਸਿੱਖਣਾ ਤਾਂ ਹੀ ਮੇਰੀ ਵਾਰੀ ਜਲਦੀ ਆਊ। ਵੀਰ ਜੀ ਮੈਨੂੰ ਜੁਝਾਰ ਵੀ ਕੋਲੋਂ ਬਚਾਓ। ਕੀ ਹੋਇਆ? वीर जी आ देखो इन्ने मेरे हाथ ते दंदी वड्डी। ਤੁਸੀਂ ਮੇਰਾ ਕੰਨ ਕਿਉਂ ਮਰੋੜਿਆ? तू मिर्चा वाले हथ मेरी अखा नू क्यों लाए? हाँ वीर जी देखो ਇਹਨਾਂ ਦੀਆਂ ਅੱਖਾਂ ਚੋਂ ਕਿਵੇਂ ਪਾਣੀ ਨਿਕਲ ਰਿਹਾ ਹੈ। फतेह सिंह, ਗਲਤੀ ਹੋ ਗਈ ਵੀਰ ਜੀ। फिर तो इस गलती की सजा मिलेगी। हुण असी एदी अखां चों पानी कड्डांगे, इनू हसा हसा के। खड़ जा, खून कित्थे वगदा है? ਜਾਓ ਵੀਰ ਜੀ ਮੈਂ ਨਹੀਂ ਤੁਹਾਡੇ ਨਾਲ ਬੋਲਦਾ। ਤੁਸੀਂ ਮੇਰੇ ਵੱਲ ਦੀ ਗੱਲ ਨਹੀਂ ਕੀਤੀ, ਜੁਝਾਰ ਵੀਰ ਜੀ ਦਾ ਸਾਥ ਦਿੱਤਾ। ओ किवें भाई? ਉਹਦੀ ਸ਼ਿਕਾਇਤ ਤੇ ਮੈਨੂੰ ਗੁਟਕਤਾਣੀਆਂ ਕੱਢਣ ਲੱਗ ਪਏ। ਮੇਰੇ ਮਿਰਚਾਂ ਵਾਲੇ ਹੱਥ ਆਪਣੀ ਅੱਖਾਂ ਨੂੰ ਲਾ ਕੇ ਤਾਂ ਦੇਖਦੇ ਪਾਣੀ ਨਿਕਲਦਾ ਕਿ ਨਹੀਂ। वीर जी फतेह सिंह दा दिमाग बहुत चलदा है। ਅਸੀਂ ਇਹਨੂੰ ਬਾਕੀ ਸੇਵਕਾਂ ਵਾਂਗ ਸੰਸਕ੍ਰਿਤ ਪੜਨ ਕਾਸ਼ੀ ਭੇਜਾਂਗੇ। ਨਹੀਂ ਵੀਰ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ। ना जाए। ठीक है फिर नहीं जाना ते संगत दी सेवा करनी पेगी, भाई कन्हैया जी तो भी वध के। ਵੀਰ ਜੀ ਇੱਕ ਵਾਰੀ ਤੁਸੀਂ ਭਾਈ ਕਨਈਆ ਜੀ ਬਾਰੇ ਸੁਣਾਉਂਦੇ ਰੁਕੇ ਸੀ, ਕੀ ਸੀ ਭਲਾ ਉਹ? ਮੈਂ ਦੱਸਦਾ ਵੀਰ ਜੀ। ਇੱਕ ਵਾਰ ਇੱਕ ਸਿੰਘ ਨੇ ਆ ਕੇ ਸ਼ਿਕਾਇਤ ਕੀਤੀ, ਗੁਰੂ ਜੀ ਯੁੱਧ ਦੇ ਬਾਅਦ ਭਾਈ ਕਨਈਆ ਜੀ ਜ਼ਖਮੀ ਤੁਰਕਾਂ ਨੂੰ ਵੀ ਪਾਣੀ ਪਿਲਾਉਂਦੇ ਨੇ। ਭਾਈ ਕਨਈਆ ਜੀ ਨੇ ਅੱਗੋਂ ਆਖਿਆ, ਗੁਰੂ ਜੀ ਤੁਹਾਡੇ ਸਿੰਘ ਸ਼ਸਤਰ ਚਲਾ ਕੇ ਦੁਸ਼ਮਣ ਮਾਰਦੇ ਨੇ ਤੇ ਮੈਂ ਉਹਨਾਂ ਨੂੰ ਪਾਣੀ ਪਿਲਾ ਕੇ ਦੁਸ਼ਮਣੀ ਮਾਰਦਾ ਹਾਂ। ਤੇ ਗੁਰੂ ਪਿਤਾ ਨੇ ਮੁਸਕਰਾ ਕੇ ਕਿਹਾ, ਕਨਈਆ ਅੱਗੋਂ ਤੋਂ ਤੂੰ ਮਰਮ ਪੱਟੀ ਵੀ ਨਾਲ ਲੈ ਕੇ ਜਾਇਆ ਕਰ। ਮੈਂ ਵੀ ਗੁਰੂ ਪਿਤਾ ਵਰਗਾ ਸੰਤ ਸਿਪਾਹੀ ਬਣਾਂਗਾ। ਆ ਕੀ ਗੰਗੂ, ਮੈਂ ਤੇਰੇ ਕੋਲ ਬੱਚਿਆਂ ਲਈ ਕਿਉਂ ਸ਼ੱਕਰ ਭੇਜੀ ਸੀ, ਤੂੰ ਉਵੇਂ ਹੀ ਵਾਪਸ ਲੈ ਆਇਆ। ਮੈਂ ਕੀ ਕਰਦਾ ਮਾਤਾ ਜੀ, ਤੁਹਾਡੇ ਚਾਰੋਂ ਲਾਲ ਤਾਂ ਅੰਦਰੋਂ ਦਰਵਾਜ਼ਾ ਬੰਦ ਕਰੀ ਬੈਠੇ ਨੇ, ਕਹਿੰਦੇ ਨੇ ਸ਼ਾਮ ਤੱਕ ਸਾਨੂੰ ਕੋਈ ਨਾ ਬੁਲਾਵੇ। ਇਹ ਜਦੋਂ ਹੀ ਚਾਰੇ ਇਕੱਠੇ ਹੁੰਦੇ ਨੇ ਨਵਾਂ ਹੀ ਰੰਗ ਲਿਆਉਂਦੇ ਨੇ। ਮਾਤਾ ਜੀ ਤੁਹਾਨੂੰ ਪਤਾ ਹੈ ਇਸ ਵਾਰੀ ਇਹ ਕੀ ਕਰਨਾ ਚਾਹੁੰਦੇ ਨੇ? ਕੱਲ ਮੇਰੇ ਪੋਤੇ ਦਰਬਾਰ ਵਿੱਚ ਉਸ ਆਤਮਾ ਰੂਪੀ ਪਰਮਾਤਮਾ ਬਾਰੇ ਵਿਚਾਰ ਕਰਨਗੇ ਜਿਹਦੇ ਆਉਣ ਨਾਲ ਇਸ ਧਰਤੀ ਦੇ ਹਨੇਰੇ 'ਚ ਚਾਨਣ ਹੋ ਗਿਆ ਸੀ। ਵਾਹਿਗੁਰੂ ਵਾਹਿਗੁਰੂ ਸਤਿਗੁਰੂ ਨਾਨਕ ਪ੍ਰਗਟਿਆ ਮਿਟ ਧੁੰਦ ਜਗ ਚਾਨਣ ਹੋਆ।
गुरु नानक परगटया मिटे तुंद जग जानन होआ जो कर सूरज निकलया तारे छपे अंधेर पलोआ तारे छपे अंधेर पलोआ सतगुरु नानक परगटया सिंह बुके मिर्गावली पन्नी जाए ना तीर तरोआ जिथे बाबा पैर तरे पूजा सरता पर सोआ मिठी तुंग जग जानन होआ सतगुरु नानक परगटया जगत दे नानक याद वते देखो कर कर अंदर धर्मशाल होवे कीर्तन सदावे तो मिटी तुंग जग जानन होआ सतगुरु नानक परगटया खंड पृथ्वी सचा टोआ गुरुमुख कल विच परगट होआ गुरुमुख कल विच परगट होआ मिटी तुंद जग जानन होआ सतगुरु नानक परगटया मिटी तुंद जग जानन होआ ज्यों कर सूरज निकलया तारे छपे अंधेर पलोआ तारे छपे अंधेर पलोआ सतगुरु नानक परगटया देखिया मेरे पोतिया ने खुश कर दिता ना मेरे लाल नू ਇਹ ਖੁਸ਼ੀਆਂ ਦਾ ਖੇੜਾ ਸਾਡੇ ਵਿਹੜੇ ਹਮੇਸ਼ਾ ਹੱਸਦਾ ਵਸਦਾ ਰਹੇ ਇਹ ਰੌਣਕਾਂ ਬਹੁਤੀ ਦੇਰ ਨਾ ਰਹੀਆਂ ਮੁਗਲ ਸਲਤਨਤ ਲੋਕਾਂ ਨੂੰ ਜ਼ਬਰਦਸਤੀ ਧਰਮ ਬਦਲਣ ਦੇ ਲਈ ਕਹਿੰਦੀ ਸੀ ਤੇ ਦਸ਼ਮੇਸ਼ ਪਿਤਾ ਦਾ ਸਜਾਇਆ ਖਾਲਸਾ ਪੰਥ ਉਸ ਦਾ ਵਿਰੋਧ ਕਰਦਾ ਸੀ ਇਸੇ ਲਈ ਹਰ ਧਰਮ ਤੇ ਹਰ ਜਾਤ ਦੇ ਲੋਕ ਗੁਰੂ ਜੀ ਨਾਲ ਜੁੜਦੇ ਤੇ ਫਖਰ ਮਹਿਸੂਸ ਕਰਦੇ ਉਹਨਾਂ ਦੀ ਵੱਧਦੀ ਤਾਕਤ ਮੁਗਲਿਆ ਹਕੂਮਤ ਤੇ ਪਹਾੜੀ ਰਾਜਿਆਂ ਦੀ ਪਰੇਸ਼ਾਨੀ ਦਾ ਸਬਬ ਬਣ ਗਈ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਸਰਦ ਰੁੱਤ ਵਿੱਚ ਪਸੀਨੇ ਆ ਰਹੇ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਅਸੀਂ ਗੁਰੂ ਤੇ ਉਸਦੇ ਸਿੰਘਾਂ ਕੋਲੋਂ ਕਈ ਲੜਾਈਆਂ ਹਾਰ ਚੁੱਕੇ ਹਾਂ 1 ਲੱਖ ਫੌਜ ਦਿੱਲੀ ਤੋਂ ਹੋਰ ਮੰਗਵਾ ਕੇ ਉਹਨਾਂ ਦਾ ਸਫਾਇਆ ਕਰੋ ਇੰਜ ਨਹੀਂ ਹੋ ਸਕਦਾ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ ਇੱਕ ਬੰਦੇ ਦੀ ਮੌਤ ਨਾਲ ਖਾਲਸਾ ਪੰਥ ਦੀ ਕਮਰ ਵੀ ਟੁੱਟ ਜਾਏਗੀ ਮੈਂ ਸਮਝ ਗਿਆ ਹਜ਼ੂਰ ਪਰ ਉਸ ਗੁਰੂ ਨਾਲ ਟੱਕਰ ਕੌਣ ਲਵੇਗਾ ਮੁਗਲਿਆ ਸਲਤਨਤ ਦਾ ਸਭ ਤੋਂ ਤਾਕਤਵਰ ਸੂਰਮਾ ਪੈਂਡੇ ਖਾਨ गोविंद
अपनी फौजां नूं क्यों मरवाने आ? चल तू ते मैं आपस विच दोनों लड़के जंग दा फैसला कर लेने आ। गुरु साहब ने 5 प्यारियां तो आज्ञा मंगी। फिर तैयार हो जा गोविंद। बोले सोनिहाल। वार कर गोविंद। गुरु साहब ने कहा, खालसा कदी पहले वार नहीं करता। ललकारिया तू है पेंडे खान, वार मैं किवें कर सकदा? नहीं, पहला वार तू कर गोविंद। गुरु साहब ने कहा, सोच लै पेंडे खान, जे वार करन दी तमन्ना दिल च रह गई ते फिर की करेगा? ते फिर बचा अपने आप नूं। लो सीना बेग साहब, पेंडे खान दा तीर खालसा पंथ दी कमर तोड़न लई तैयार है। गुरु जी ने फिर निशाना लगाउण तो पहले वाहेगुरु जी नूं कहा, नर विच हर विच नर है ते निरंकार हर इंसान विच तू आप है। पर इस वक्त मेरे तीर दे सामने किसे दा हंकार है। गुरु साहब ने कहा, अपने रब नूं याद कर लै पेंडे खान। मैं ते सिर तो पैरां ताईं लोहे च मड़िया हां। पुछो इसनूं, मेरे तीर कित्थे मारेगा? पेंडे खान की खबर सुन वजीर खान तिलमिला उठा। उसकी नजर फिर पहाड़ी राजा ते पई। वजीर खान ने पैगाम भेजा कि गोबिंद की ताकत नूं खत्म करने लई असीं उस दे नाल हथ मिला लईए। उस जालिम दे नाल सानू कोई समझौता नहीं करना चाहिए, खास तौर ते गोबिंद के खिलाफ। असीं जिन्नियां लड़ाइयां लड़ियां सानू सब नूं मूंह दी खानी पई। फिर भी गोबिंद ने कदी भी तुहाडी किसी दी जमीन दे एक टुकड़े ते भी कब्जा नहीं किया। इस विच भी उसकी कोई चाल होवेगी। बिल्कुल, वजीर खान भी परेशान न हुंदा तां इह पैगाम ना भेजदा। असीं सारे तुहाडी राय नाल चलांगे राजा अजमेर चंद। मुगलई ते पहाड़ी राजा ने एक दूजे दे नाल हथ मिला के आनंदपुर दे किले नूं घेर के धावा बोल दिता ते जंग शुरू हो गई। 6 महीने बीत गए। सर्द रुत ने हर पासे पैर पसार दिते। सिपाहियां च बीमारी फैलन लगी। मुगलों ते पहाड़ी राजा दे खजाने खाली होने लगे। सिपाहियां च बगावत दिन ब दिन वधदी जा रही थी। किले विच भी हालत कुछ ठीक नहीं थी। 6 महीने तो किले विच खान पीन का सामान ना दे बराबर सी। किले विच भुखमरी इस हद तक फैल चुकी थी कि 100 सिंघां ने गुरु साहब नूं छड्डण दा फैसला किया। गुरु साहब ने अपने माता जी नूं उन्हां कोल भेजिया। तुहाडे गुरु ने तुहाडी बेनती परवान कर लई। बस इस बेदावे विच लिख दियो कि तुसी उन्हां दे सिख नहीं ते ओह तुहाडे गुरु नहीं। असीं लिखण लई तैयार हां। इत्थे हुण सिवाए भुखमरी ते मौत तो होर कुछ नहीं रहा। इस किले नूं छड्ड के जाना ही चंगा है। जेकर कोई होर सिंह अज तो खुद नूं सिंह नहीं कहना चाहता तां ओह भी इन्हां दे नाल बाहर जा सकदा है। सिंह छड्ड के जाना चाहते सी, पर सिर्फ 40 ही गए। बाकियां दी जमीर ने आज्ञा न दी। सिपे सलार और सिंह जा रहे ने।
रुक जा, लगता है डर के भज रहे ने। जान दे इन्हां नूं। सही सोचा है जनाब। इस तो पहला साडियां फौजां घेरा तोड़ देन, बस इसे तरह ही किला खाली हो जावे। एक बार धोखा देने तो बाद आखिरकार घाह विच सप वांगू रेंगदा वजीर खान दा गुरु साहब नूं पैगाम आया, जिस विच मुगलों ने अपने धर्म ते पहाड़ी राजा ने गौ माता दी कसम खाधी कि जे गुरु साहब किला खाली कर जान, कोई उन्हां दी हवा वल भी नहीं झाकेगा। ਉਹ जिस पासे जाना चाहन अपने ਸਿੰਘਾਂ ਨੂੰ ਨਾਲ ਲੈ ਕੇ जा सकते हैं। गुरु साहब ने इस खत नूं अपने करीबी ਸਿੰਘਾਂ ਦੇ ਕਹਿਣ ਤੇ ਪ੍ਰਵਾਨ कर लिया। आनंदपुर ਦਾ किला खाली कर दिता। ਜ਼ੋਰਾਵਰ ਸਿੰਘ, ਫਤਿਹ ਸਿੰਘ, ਛੇਤੀ ਕਰੋ ਤੁਸੀਂ ਦੋਵੇਂ। ਵੀਰ ਜੀ, ਅਸੀਂ ਵੀ ਤੁਹਾਡੇ ਨਾਲ ਰਹਿਣਾ ਹੈ। ਤੁਸੀਂ ਦਾਦੀ ਮਾਤਾ ਤੇ ਮਾਤਾ ਜੀ ਦੇ ਨਾਲ ਰਹੋ ਤੇ ਉਹਨਾਂ ਦਾ ਖਿਆਲ ਰੱਖੋ। ਫਿਰ ਤੁਸੀਂ ਸਾਡੇ ਨਾਲ ਆ ਜਾਓ, ਅਸੀਂ ਚਾਰੋਂ ਮਿਲ ਕੇ ਇਹਨਾਂ ਦਾ ਖਿਆਲ ਰੱਖਦੇ ਹਾਂ। ਨਹੀਂ ਫਤਿਹ ਸਿੰਘ, ਅਸੀਂ ਅਖੀਰਲੇ ਦਲ ਦੇ ਪਿੱਛੇ ਸਾਰਿਆਂ ਦੀ ਰਾਖੀ ਕਰਦੇ ਜਾਵਾਂਗੇ। ਹੁਣ ਜਿੱਥੇ ਡੇਰਾ ਲਗਾਵਾਂਗੇ ਉੱਥੇ ਹੀ ਮਿਲਾਂਗੇ। ਤੇ ਜੇ ਮਿਲਣ ਨਾ ਆਏ, ਤੁਸੀਂ ਜਿੱਥੇ ਹੋਵੋਗੇ ਨਾ, ਅਸੀਂ ਮਗਰੇ ਮਗਰੇ ਆ ਜਾਵਾਂਗੇ। ਅੱਛਾ ਠੀਕ ਹੈ, ਚਲੋ ਹੁਣ। ਵੀਰ ਜੀ, ਕੁੱਟ ਕੇ ਜੱਫੀ ਪਾਉਣ ਨੂੰ ਦਿਲ ਕਰਦਾ ਹੈ। मेरा भी। वीरे गले मिले कैसा मिलाप होया, चुपचाप रोए तारे, आसमां भी रोया। देखो आनंदपुर तो कैसा माया बिछोड़ा, उड़या जमान सरचो सोन जोड़ा जोड़ा। कैसी खड़ी तो बिछड़े, मुड़ के मिल न पाए। ए चार साहिबजादे, ए चार साहिबजादे, ए चार साहिबजादे। ਖਾਨ ਸਾਹਿਬ, ਸਮਝੌਤੇ ਮੁਤਾਬਕ ਗੁਰੂ ਤੇ ਉਹਨਾਂ ਦੇ ਸਿੰਘਾਂ ਨੇ ਸ਼ਾਂਤੀ ਨਾਲ ਕਿਲਾ ਖਾਲੀ ਕਰ ਦਿੱਤਾ ਹੈ। ਮੈਂ ਕਿਲੇ ਦੀਆਂ ਇੱਟਾਂ ਸਿਰ 'ਚ ਮਾਰਨੀਆਂ ਨੇ। ਮੈਨੂੰ ਤਾਂ ਆਪਣਾ ਸ਼ਿਕਾਰ ਗੋਬਿੰਦ ਕਿਲੇ ਤੋਂ ਬਾਹਰ ਚਾਹੀਦਾ ਸੀ। ਇੱਛਾ ਤਾਂ ਪੂਰੀ ਹੋ ਗਈ, ਹੁਣ ਸੋਚ ਕੀ ਰਹੇ ਹੋ ਖਾਨ ਸਾਹਿਬ? ਅਸੀਂ ਇਹ ਨਹੀਂ ਕਰ ਸਕਦੇ। ਅਸੀਂ ਆਪਣੇ ਧਰਮ ਤੇ ਇਹਨਾਂ ਨੇ ਗਊ ਮਾਤਾ ਦੀ ਕਸਮ ਖਾਧੀ ਹੈ। ਕਸਮ? जिस वक्त गुरु ते उस दे सिंह कीरतपुर टप्पन लगन, पिछों दी हमला बोल दियो। गुरु दे नाल नाल एक भी सिंह जिंदा ना रहे। मुगली हुक्मराना से पहाड़ी राजा ने समझौता तोड़ दिता है। हजारां ਦੀ ਗਿਣਤੀ ਵਿੱਚ ਫੌਜਾਂ ਸਾਡਾ ਪਿੱਛਾ ਕਰ ਰਹੀਆਂ ਨੇ। ਕੋਈ ਪਰਵਾਹ ਨਹੀਂ, ਅਸੀਂ ਮੋਰਚਾ ਸੰਭਾਲਦੇ ਹਾਂ। ਪਰ ਮੋਰਚਾ ਕਿੱਥੇ ਸੰਭਾਲੀਏ ਅਜੀਤ ਸਿੰਘ ਜੀ? ਅਸੀਂ ਸੈਂਕੜੇ ਤੇ ਦੁਸ਼ਮਣ ਹਜ਼ਾਰਾਂ। ਉਹ ਸਾਹਮਣੇ ਦੋ ਪਹਾੜੀਆਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੁਸ਼ਮਣ ਉੱਥੋਂ ਇੱਕ ਵਾਰ ਨਹੀਂ ਨਿਕਲ ਸਕਦਾ। ਆਓ ਚਲੋ। ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਆਦੇਸ਼ ਹੈ, ਅੰਮ੍ਰਿਤ ਵੇਲੇ ਨੂੰ ਵੇਖਦਿਆਂ ਹੋਇਆਂ ਆਸਾ ਦੀ ਵਾਰ ਦੇ ਦੀਵਾਨ ਸਜਾਏ ਜਾਣ। ਭਾਈ ਮੁਕੰਦ ਸਿੰਘ ਜੀ, ਮੁਗਲਾਂ ਤੇ ਰਾਜਪੂਤਾਂ ਦਾ ਇੱਕ ਹੋਰ ਝੁੰਡ ਸਾਡੇ ਵੱਲ ਨੂੰ ਆ ਰਿਹਾ ਹੈ। ਇਹਨਾਂ ਦੋਨਾਂ ਭਰਾਵਾਂ ਨੂੰ ਇੱਥੇ ਨਹੀਂ ਹੋਣਾ ਚਾਹੀਦਾ। अजीत सिंह जी, दुश्मन चलाकी ना किसी और रास्ते जाके सिरसा किनारे हमला ना कर देवे। सानू एक बार जाके देख लेना चाहिए। ਤੁਸੀਂ ਚਲੋ, ਮੈਂ ਤੁਹਾਡੇ ਪਿੱਛੇ ਆਉਣਾ। ਪਹਾੜੀ ਤੇ ਖੜੇ ਉਸ ਪੱਥਰ ਨੂੰ ਸੁੱਟ ਕੇ ਰਸਤਾ ਸਾਫ਼ ਕਰੋ। ਅਸੀਂ ਕਿੱਧਰ ਜਾ ਰਹੇ ਹਾਂ? सानू एक बार सिरसा किनारे जाके उत्थे दी खबर लेनी चाहिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦਇਆ ਸਿੰਘ ਜੀ, ਸਾਡੇ ਅੱਧੇ ਤੋਂ ਜ਼ਿਆਦਾ ਸਿੰਘ ਸ਼ਹੀਦ ਹੋ ਚੁੱਕੇ ਨੇ। ਤੁਹਾਡੇ ਨਾਲ ਔਰਤਾਂ ਤੇ ਬੱਚੇ ਨੇ। ਸਿਰਸਾ ਦਾ ਪਾਣੀ ਚੜਦਾ ਜਾ ਰਿਹਾ ਹੈ।
ਤੁਸੀਂ ਇਹਨਾਂ ਨੂੰ ਨਦੀ ਪਾਰ ਕਰਾਉਣਾ ਸ਼ੁਰੂ ਕਰਾਓ ਤੇ ਅਜੀਤ ਸਿੰਘ ਨੂੰ ਨਾਲ। ਅਜੀਤ ਸਿੰਘ ਨਹੀਂ ਆਏ, ਉਹਨਾਂ ਨੂੰ ਇਸ ਜੰਗ ਚੋਂ ਬਾਹਰ ਲਿਆਉਣਾ ਹੋਏਗਾ। दीवार बन के खड़े हो जाओ, 101 भी मुगल सिरसा बन ना जा पाए। अजीत सिंह जी, सिरसा नदी का पानी चढ़ता जा रहा है। गुरु पिता ने तुम्हें जल्दी बुलाया है। पानी का बहाव थल्ले बहुत तेज है, किसे थोड़े पैर ना उखाड़ देवे। ਸਿੰਘਾਂ ਦਾ ਮੋਰਚਾ ਭਾਰੀ ਪੈ ਰਿਹਾ ਹੈ। ਪਹਾੜੀ ਤੇ ਚੜ ਕੇ ਉਹਨਾਂ ਦੀ ਪਿੱਠ ਪਿੱਛੋਂ ਵੀ ਵਾਰ ਕਰੋ। भाई साहब सिंह जी, पिछ पिछों वार हो जाए। ਨਦੀ ਦਾ ਪਾਣੀ ਬਹੁਤ ਚੜ ਗਿਆ। ਖਾਨ ਸਾਹਿਬ, ਆਪਾਂ ਪੁਲ ਦੇ ਰਾਹੀਂ ਇਹਨਾਂ ਦਾ ਪਿੱਛਾ ਕਰਦੇ ਹਾਂ। ਮਾਤਾ ਜੀ, ਅਸੀਂ ਦੂਰ ਤੱਕ ਵੇਖ ਕੇ ਆਏ ਹਾਂ ਮਾਤਾ ਸੁੰਦਰੀ ਜੀ, ਕੋਈ ਦਿਖਾਈ ਨਹੀਂ ਦਿੱਤਾ। ਭਾਈ ਮਨੀ ਸਿੰਘ ਜੀ, ਸਾਨੂੰ ਦਿੱਲੀ ਵੱਲ ਤੁਰ ਪੈਣਾ ਚਾਹੀਦਾ। ਇੱਕ ਵਾਰ ਫੇਰ ਵੇਖ ਕੇ ਆਉਂਦਾ ਹਾਂ, ਸ਼ਾਇਦ ਅਜੀਤ ਵੀਰਾ ਜਾਂ ਕੋਈ ਹੋਰ ਮਿਲ ਜਾਵੇ। ਇੱਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਹੈ ਮਾਤਾ ਜੀ, ਚਲੋ ਨਿਕਲ ਚੱਲਦੇ ਹਾਂ। ਚਲੋ ਬੱਚਿਓ, ਗੰਗੂ ਠੀਕ ਕਹਿੰਦਾ, ਜਿਵੇਂ ਦਾਦੀ ਦੀ ਮਰਜ਼ੀ। किसने भी पार जाना सरसा की बेडुबो। उन्होंने इंतजार कितना होगा, पर खतरा देखते हुए शायद दिल्ली वाल तुर पे होंगे, जिस तरह तो पहले तय होया सी। ਕੋਟਲਾ ਨਿਹੰਗ ਹੁੰਦੇ ਹੋਏ ਗੁਰਮਾਜਰਾ ਚੱਲਣ ਦਾ ਹੁਕਮ ਹੋਇਆ। ਉਸ ਦਿਨ ਜੇਕਰ ਸਰਸਾ ਨਦੀ ਕਹਿਰ ਨਾ ਟਾਉਂਦੀ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ। ਗੁਰੂ ਸਾਹਿਬ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਉਸਦੇ ਪਿੰਡ ਖੇੜੀ ਵੱਲ ਨੂੰ ਚੱਲ ਪਏ। ਚੌਧਰੀ ਬੁੱਧੂ ਚੰਦ ਨੇ ਗੁਰੂ ਸਾਹਿਬ ਨੂੰ ਆਪਣੀ ਗੜੀ ਵਿੱਚ ਸ਼ਰਨ ਦਿੱਤੀ, ਜਿੱਥੇ ਆ ਕੇ ਉਹ ਪਹਿਲਾਂ ਵੀ ਇੱਕ ਲੜਾਈ ਲੜ ਚੁੱਕੇ ਸਨ। ਗੜੀ ਕਾਫੀ ਉੱਚੀ ਜਗ੍ਹਾ ਤੇ ਬਣੀ ਹੋਈ ਹੈ। ਇਹਦੇ 4 ਦਰਵਾਜ਼ੇ ਨੇ। ਇਹਨਾਂ 3 ਦਰਵਾਜ਼ਿਆਂ ਰਾਹੀਂ ਦੁਸ਼ਮਣ ਦਾ ਆਉਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੈ। ਕੇਵਲ ਇਸ ਵੱਡੇ ਦਰਵਾਜ਼ੇ ਥਾਂ ਹੀ ਆਇਆ ਜਾਇਆ ਜਾ ਸਕਦਾ ਹੈ। ਇਹਦੇ ਬਾਹਰ ਝਾੜੀਆਂ ਤੇ ਟਿੱਬੇ ਨੇ। ਗੜੀ ਦੇ ਹਰ ਪਾਸੇ ਵੱਲ ਸਾਡੀ ਨਜ਼ਰ ਰਹਿਣੀ ਚਾਹੀਦੀ ਹੈ, ਪਰ ਇਸ ਦਰਵਾਜ਼ੇ ਵੱਲ ਸਾਨੂੰ ਖਾਸ ਤੌਰ ਤੇ ਨਜ਼ਰ ਰੱਖਣੀ ਪਵੇਗੀ, ਕਿਉਂਕਿ ਦੁਸ਼ਮਣ ਜੇਕਰ ਹਮਲਾ ਕਰੇਗਾ ਤਾਂ ਇਸ ਪਾਸੇ ਤੋਂ ਹੀ ਕਰੇਗਾ। ਹਿੰਮਤ ਸਿੰਘ ਜੀ, ਗੜੀ ਦੇ ਚਾਰੋਂ ਦਰਵਾਜ਼ਿਆਂ ਤੇ ਪਹਿਰੇਦਾਰ ਲਗਾ ਦਿੱਤੇ ਨੇ, ਪਰ ਸਾਧਨ ਫਿਰ ਵੀ ਸੀਮਿਤ ਨੇ। पर हौसले ਤਾਂ बुलंद ने। सुन के खुशी हुई। ਚੰਗਾ ਹੋਇਆ ਕਿਸੇ ਰਸਤੇ ਵਿੱਚੋਂ ਹੋਰ ਹਥਿਆਰ ਲੈ ਲੈਤੇ। बिल्कुल सही। आओ ऊपर गुरु पिता को चलते हैं।
ਤੁਸੀਂ ਵੇਖੋ। ਗੁਰੂ ਪਿਤਾ ਜੀ, ਗੜੀ ਦੇ ਚਾਰੇ ਪਾਸੇ ਪਹਿਰੇਦਾਰ ਲਗਾ ਦਿੱਤੇ ਨੇ। ਦਸ਼ਮੇਸ਼ ਪਿਤਾ ਜੀ, ਤੁਹਾਡੇ ਹੁਕਮ ਅਨੁਸਾਰ ਜ਼ਖਮੀ ਸਿੰਘਾਂ ਦਾ ਇਲਾਜ ਚੱਲ ਰਿਹਾ ਹੈ। ਅਸੀਂ ਗੜੀ ਦੇ ਆਸ-ਪਾਸ ਤਿੱਖੀ ਨਜ਼ਰ ਰੱਖਾਂਗੇ। ਮੁਗਲ ਫੌਜ ਇੱਥੇ ਕਿਸੇ ਵੀ ਵੇਲੇ ਪਹੁੰਚ ਸਕਦੀ ਹੈ। ਅਜੀਤ ਸਿੰਘ ਜੀ, ਅਸੀਂ ਅਸਲੀ ਪਹਿਰੇਦਾਰ ਨੂੰ ਤਾਂ ਭੁੱਲ ਹੀ ਗਏ ਸੀ। ਚਮਕੌਰ ਦੇ ਬਸ਼ਿੰਦੋ ਸੁਣੋ, ਖਲਕ ਖੁਦਾ ਦਾ, ਮੁਲਕ ਬਾਦਸ਼ਾਹ ਦਾ, ਹੁਕਮ ਵਜ਼ੀਰ ਖਾਨ ਦਾ, ਧਿਆਨ ਨਾਲ ਸੁਣੋ। ਹਿੰਦ ਦਾ ਪੀਰ ਆਪਣੇ ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚਿਆ ਹੈ। ਫੌਜਦਾਰ ਦਾ ਹੁਕਮ ਹੈ, ਜੇ ਕੋਈ ਵੀ ਅਨੰਦਪੁਰ ਦੇ ਗੁਰੂ ਜਾਂ ਉਸ ਦੇ ਸਿੰਘਾਂ ਦੀ ਮਦਦ ਕਰੇਗਾ, ਉਸ ਦਾ ਸਰ ਕਲਮ ਕਰ ਦਿੱਤਾ ਜਾਵੇਗਾ। ਪੁੱਤਰ, ਇਹ ਚੋਰੀ ਤਾਂ ਮੈਂ ਤੇਰੇ ਲਈ ਕੁੱਟੀ ਸੀ, ਤੂੰ ਇਹਨੂੰ ਲੈ ਕੇ ਕਿੱਥੇ ਜਾ ਰਹੇ? ਮਾਂ, ਅਨੰਦਪੁਰ ਸਾਹਿਬ ਵਾਲੇ ਗੁਰੂ ਜੀ ਅਤੇ ਉਹਨਾਂ ਦੇ ਸਿੰਘ ਗੜੀ ਵਿੱਚ ਆਏ ਹੋਏ ਨੇ। ਸਾਰੇ ਲੋਕ ਉਹਨਾਂ ਲਈ ਕੁਝ ਨਾ ਕੁਝ ਲੈ ਕੇ ਜਾ ਰਹੇ ਨੇ। ਇਹ ਚੋਰੀ ਮੈਂ ਉਹਨਾਂ ਨੂੰ ਦੇ ਕੇ ਆਵਾਂਗਾ। ਨਾ ਪੁੱਤਰ, ਇੰਝ ਨਾ ਕਰੀ, ਕਿਤੇ ਆਪਣੇ ਤੇ ਕੋਈ ਹੋਰ ਮੁਸੀਬਤ ਨਾ ਆ ਜਾਵੇ। ਕੁੜੇ ਕੁੜੀਏ, ਕਿਉਂ ਮੇਰੇ ਮੁੰਡੇ ਨੂੰ ਡਰਾਉਣ ਲੱਗੀ ਹੈ? ਕੀ ਮਾੜਾ ਕਰਨ ਲੱਗਿਆ ਮੇਰਾ ਲਾਲ? ਤੂੰ ਜਾ। ਮੈਂ ਚੱਲਿਆ ਬੇਬੇ। ਤੂੰ ਮੇਰੇ ਪੋਤੇ ਨੂੰ ਉਹਨਾਂ 40 ਸਿੰਘਾਂ ਵਰਗਾ ਡਰਪੋਕ ਬਣਾਉਂਦੀ ਹੈ ਕਿਹੜੇ ਗੁਰੂ ਸਾਹਿਬ ਨੂੰ ਕਿਲੇ ਵਿੱਚ ਛੱਡਾਏ ਸੀ। ਤੈਨੂੰ ਪਤਾ ਹੈ, ਜਦੋਂ ਪਕੌੜੇ ਘਰ ਵਾਪਿਸ ਆਏ ਸੀ ਤਦ ਕਰਦਿਆਂ ਨੇ ਉਹਨਾਂ ਨੂੰ ਕਿੰਨੀਆਂ ਫਿੱਟ ਲਾਂਟਾਂ ਪਾਈਆਂ। ਲੈ ਪਾ ਲੈ ਚੂੜੀਆਂ ਮੇਰੀਆਂ ਤੇ ਸਾਂਭ ਆਪਣਾ ਚੌਕਾ ਚੁੱਲਾ ਤੇ ਤਲਵਾਰ ਮੈਨੂੰ ਆਪਣੀ। ਮੈਂ ਗੁਰੂ ਦੀ ਸਿੰਘਣੀ ਬਣ ਕੇ ਮੈਦਾਨ ਵਿੱਚ ਡਟ ਜਾਨੀ ਆ। ਜੋ ਗੁਰੂ ਦਾ ਸਿੰਘ ਨਹੀਂ, ਉਹ ਸਿੰਘਣੀ ਦਾ ਵੀ ਸਿੰਘ ਨਹੀਂ। ਮੈਂ ਆਪਣੇ ਗੁਰੂ ਦੇ ਦੁਸ਼ਮਣਾਂ ਨਾਲ ਆਪ ਲੜਾਂਗੀ। ਓਏ ਮੂਰਖ, ਸਿਰ ਦੇ ਕੇ ਤੂੰ ਖੰਡੇ ਦਾ ਅੰਮ੍ਰਿਤ ਛਕਿਆ। ਉਹ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਉਹਨਾਂ ਨੇ ਤੈਨੂੰ ਸਿਪਾਹੀ ਬਣਾਇਆ ਤੇ ਤੂੰ ਉਹਨਾਂ ਨੂੰ ਛੱਡ ਕੇ ਘਰ ਭੱਜ ਆਇਆ। ਚਾਲੀਆਂ ਨੂੰ ਅੰਨ ਪਕਾਉਣ ਵਾਲੀਆਂ ਰੰਨਾਂ ਬਹੁਤੀਆਂ ਯਾਦ ਆ ਗਈਆਂ। ਮਾਤਾ ਗੁਜਰੀ ਦਾ ਲਾਲ ਵੀ ਤਾਂ ਢਿੱਡੋਂ ਭੁੱਖਾ ਸੀ। ਸ਼ੇਰ ਦੀ ਗੁਫਾ ਵਿੱਚ ਰਹਿਣਾ ਤੁਹਾਨੂੰ ਰਾਸ ਨਾ ਆਇਆ ਗਿੱਦੜੋ, ਬੰਦੇ ਬਣਨ ਪਏ। ਮਾਫ ਕਰਨਾ ਮਾਂ ਜੀ, ਪੁੱਤਰ ਦੇ ਮੋਹ ਨੇ ਮੈਨੂੰ ਕਮਜ਼ੋਰ ਬਣਾ ਦਿੱਤਾ ਤੇ ਮੈਂ ਸਿੰਘਣੀ ਹੋਣ ਦਾ ਫਰਜ਼ ਭੁੱਲ ਬੈਠੀ। ਇਸ ਤੋਂ ਪਹਿਲਾਂ ਇਸ ਪਹਿਰੇਦਾਰ ਦੀ ਆਵਾਜ਼ ਮੇਰੇ ਵਾਂਗੂ ਕਿਸੇ ਹੋਰ ਮਾਂ ਨੂੰ ਡਰਾਵੇ। ਸੁਣੋ ਸੁਣੋ ਸੁਣੋ, ਚਮਕੌਰ ਦੇ ਬਸ਼ਿੰਦੋ ਸੁਣੋ, ਖਲਕ ਖੁਦਾ ਦਾ, ਮੁਲਕ ਬਾਦਸ਼ਾਹ ਦਾ। हे वाहिगुरु, मेहर करी। ਭਾਗ ਸਿੰਘ ਜੀ, ਉਹ ਵੇਖੋ, ਦੋ ਬੱਚੇ ਝਾੜੀਆਂ 'ਚ ਲੁਕਦੇ ਹੋਏ ਗੜੀ ਦੇ ਵੱਲ ਨੂੰ ਆ ਰਹੇ ਨੇ। ਚਲੋ ਵੇਖਦੇ ਹਾਂ। ਕੌਣ ਹੋ ਤੁਸੀਂ? ਅਸੀਂ ਸੁਣਿਆ ਕਿ ਅਨੰਦਪੁਰ ਸਾਹਿਬ ਵਾਲੇ ਗੁਰੂ ਜੀ ਫਿਰ ਗੜੀ 'ਚ ਆਏ ਹੋਏ ਨੇ ਤੇ ਮੈਂ ਉਹਨਾਂ ਲਈ ਚੂੜੀ ਲੈ ਕੇ ਆਇਆ। ਤੇ ਮੈਂ ਖੀਰ ਸ਼ੱਕਰ। ਮੁਗਲਾਂ ਨੇ ਤਾਂ ਪਿੰਡ ਵਾਲਿਆਂ ਨੂੰ ਕਿਹਾ ਹੋਇਆ ਹੈ ਕਿ ਸਾਡੀ ਕੋਈ ਮਦਦ ਨਾ ਕਰੇ। ਤੁਹਾਨੂੰ ਡਰ ਨਹੀਂ ਲੱਗਿਆ? ਜੇ ਗੁਰੂ ਸਾਹਿਬ ਮੁਗਲਾਂ ਤੋਂ ਨਹੀਂ ਡਰਦੇ ਤੇ ਫਿਰ ਅਸੀਂ ਵੀ ਕਿਸੇ ਤੋਂ ਨਹੀਂ ਡਰਦੇ। ਸਿੰਘ ਜੀ, ਇਹਨਾਂ ਦੀ ਸੌਗਾਤ ਜਾ ਕੇ ਗੁਰੂ ਜੀ ਦੇ ਚਰਨਾਂ 'ਚ ਰੱਖ ਦਿਓ। ਜੀ। ਇਹ ਕੌਣ ਨੇ? ਇਹ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਨੇ। ਅੱਛਾ ਜੀ। ਸਾਨੂੰ ਵੀ ਆਪਣੇ ਛੋਟੇ ਭਰਾ ਸਮਝ ਕੇ ਆਪਣੀ ਸੈਨਾ 'ਚ ਭਰਤੀ ਕਰ ਲਓ। ਵੀਰ ਜੀ, ਤੁਸੀਂ ਦੱਸਿਆ ਨਹੀਂ? ਸਾਡੀ ਭੁੱਖ ਤੇ ਪਿਆਸ ਦੀ ਚਿੰਤਾ ਕੀਤੀ ਤੇ ਖਤਰਾ ਮੋਲ ਲਿਆ। ਇਹ ਕੰਮ ਕਿਸੇ ਯੋਧੇ ਸੂਰਮੇ ਤੋਂ ਘੱਟ ਹੈ?
ਭਾਗ ਸਿੰਘ ਜੀ, ਇਹਨਾਂ ਦੋਨਾਂ ਨਿੱਕੇ ਯੋਧਿਆਂ ਨੂੰ ਹਿਫਾਜ਼ਤ ਦੇ ਨਾਲ ਇਹਨਾਂ ਦੇ ਘਰ ਪਹੁੰਚਾ ਦਿਓ। बस माता जी, कुछ अद्धा कोस होर होना। लो आ गया। कुम्मा, ओए कुम्मा। ਕੀ ਸੋਚ ਰਹੇ ਸੁਜਾਨ ਸਿੰਘ? ਨਿੱਕੇ ਵੀਰਾਂ ਦੀ ਯਾਦ ਆ ਗਈ ਸੀ ਵੀਰ ਜੀ। ਸਰਸਾ ਨਦੀ ਦੇ ਪਾਣੀ ਨੂੰ ਪਤਾ ਨਹੀਂ ਕੀ ਸੁੱਝਿਆ, ਅੱਜ ਦੇ ਦਿਨ ਹੀ ਇੰਨਾ ਚੜਨਾ ਸੀ। ਤੂੰ ਫਿਕਰ ਨਾ ਕਰ ਸੁਜਾਨ ਸਿੰਘ, ਮਾਤਾ ਜੀ ਤੇ ਹੋਰ ਸਿੰਘ ਸਾਹਿਬ ਹਨ ਉਹਨਾਂ ਦੇ ਨਾਲ। ਹੁਣ ਤੱਕ ਤਾਂ ਉਹ ਦਿੱਲੀ ਪਹੁੰਚ ਗਏ ਹੋਣਗੇ। गंगू ख्याल रखे, नदी नाल लगदी पगडंडी फड़ लवी, वो सीधी तेरे पिंड खेड़ी नूं जांदी है। पर चौड़ा रास्ता सौखा नहीं, नाले छोटा भी है, पर खतरे तो घट नहीं। उस रास्ते मुगल सेना आउंदी जांदी रहिंदी है। वे गंगू, कुमा ठीक कहंदा, रस्ता औखा सही पर सानू बच के चलना चाहिए। ਅਸੀਂ ਗੁਰੂ ਪਿਤਾ, ਗੁਰੂ ਮਾਂ ਤੇ ਵੀਰਾ ਕੋਲ ਕਦ ਪਹੁੰਚਾਂਗੇ? ਅਸੀਂ ਸਾਰੇ ਅਲੱਗ-ਅਲੱਗ ਰਸਤੇ ਵੱਲ ਇਸ ਲਈ ਹੋ ਗਏ ਹਾਂ ਤਾਂ ਕਿ ਦੁਸ਼ਮਣਾਂ ਨੂੰ ਭੁਲੇਖੇ 'ਚ ਪਾ ਸਕੀਏ। ਜਿੱਦਾਂ ਹੀ ਮਾਹੌਲ ਠੀਕ ਹੋਏਗਾ, ਅਜੀਤ ਵੀਰ ਜੀ ਸਾਨੂੰ ਆ ਕੇ ਲੈ ਜਾਣਗੇ, ਹੈ ਨਾ ਦਾਦੀ ਮਾਂ? बस वो आप किसी मुसीबत च ना हो। सूबोए सरहंद। मान सिंह जी, गिनती च मुगल फौज किन्ने को हुई? आही कोई 10 लाख के करीब। ਦਿਆਲੀ ਦੇ ਸਾਹਮਣੇ 10 ਲੱਖ ਸਿੰਘਾਂ ਦੇ ਜੋਸ਼ ਤੋਂ ਕਿੰਨਾ ਡਰਦੀ ਹੈ ਮੁਗਲ ਫੌਜ। वाह जुझार सिंह वाह। मां पर धी, पिता पर घोड़ा, बहुता नहीं था थोड़ा थोड़ा, पर तू ता थोड़े तो भी किते अगे निकल गया। 1.25 लाख से एक लड़ाऊं, तबे गोबिंद सिंह नाम कहाऊं। हुण दसांगे दुश्मनां नूं कि एक सिंह 1.25 लाख के बराबर किवें होता है। बोले सोनिहाल। गल सुन नपन मियां, तू तां कहंदा सी मोटी पर सिंह ने। ਮੈਨੂੰ ਤਾਂ 100 ਦੀ ਖਬਰ ਸੀ, ਪਰ ਉਹਨਾਂ ਦੇ ਜਕਾਰੇ ਨੇ ਕੰਨਾਂ ਦੇ ਪਰਦੇ ਫਾੜਦੇ। ਮੈਨੂੰ ਤਾਂ ਜ਼ਿਆਦਾ ਲੱਗਦੇ ਨੇ। ਹੋਰ ਸਿੰਘ ਆ ਕੇ ਹੋਣੇ। ਉਹ ਕਿੰਨੇ ਹੋਣਗੇ? 100, 500, 1000? ਅਸੀਂ ਲੱਖਾਂ ਵਿੱਚ ਆ। ਮੈਂ ਜਨਾਬ ਅਸੀਰ ਖਾਨ ਨਾਲ ਮਸ਼ਵਰਾ ਕਰਕੇ ਆਣਾ ਵਾ। ਤੂੰ ਜਾ। ਤੁਸੀਂ ਜਾਓ। ਮੈਂ ਤਾਂ ਇੰਨਾ ਜਾਣਦਾ ਕਿ ਇਹਨਾਂ ਵਿੱਚੋਂ ਕੱਲ ਇੱਕ ਵੀ ਨਹੀਂ ਬਚੇਗਾ। गुरु साहब जानी जान सन उस रात वो भला किमें सौंदे। सोचते हुए गुरु आराम करती हुई फौजों में आए, सोए हुए बच्चों के जैसे खुद पिता आए। हौले दबे पांव टहल रहे थे सतगुरु। भक्ति से मुरीदों की बहल रहे थे सतगुरु। देखते हर एक को गुरु दीदारे तरसे। जिन सिंहों ने कल मौत के साहिल सा उतरना, कल सुबह था जिन खालसों ने जंग में मरना, सतगुरु सिंहों को निहारते थोड़ी और आगे आए। साहबजादे जहां दोनों ही सोए हुए पाए, जिगर के टुकड़ों से हुआ जबकि गुजरना मुश्किल हुआ इस जगह से कदम आगे को धरना। सोचते थे कल दोनों ही परवान चढ़ेंगे, पर गुरदार मेरे सचकंद में तुम चैन करोगे। हम
हमें शहादत का बड़ा शौक है वाहिगुरु। सब कुछ है तेरा, कुछ भी ना मेरा है वाहिगुरु। जुमा कभी हलकूम दहन चूमने बैठे, जैसे धरती पर सोए तो कमल चूमने बैठे। सर ठीक किए सरके हुए, जख्म भरे मरहम से। साफे कभी सिंहों के बिछाते उठाते हुए जमीन से। उल्फत के ये जज्बे नहीं देखे कहीं हमने। है देखना एक बात सुने भी नहीं हमने। करतार की सौगंध है, नानक की कसम है, जितनी भी हो गुरु गोविंद की तारीफ वो कम है। सिपाहियों, हमला करो। ताला ना काज बना के फिर से लड़ो। तीर मारो। तीरानी बौछार लगातार करो ताजो सिंह बाहर ना आ सकन, जैसी गड़ी तक पहुंच जाइए। तीर मारो। फैजल कड़ी दे दोनों कोनिया ते जाके इन्हां दी गिट्टियां ते तीर मार दिया। रुक जाओ, तीर न चलाओ, साडे अपने बंदे नूं लगणगे। आगे बढ़ो। रुक जाओ। रणनीति बदलनी पड़ेगी। मैं ਤੁਹਾਨੂੰ ਲੱਖਾਂ ਸਿਪਾਹੀ ਦਿੱਤੇ ख्वाजा मोहम्मद, मुट्ठी पर ਸਿੰਘਾਂ ਨੂੰ ਤੁਸੀਂ ਕਾਬੂ नहीं कर सके। जाओ जाके एक बार हमला बोलो ते सब ਨੂੰ खत्म करो। खान साहब ਉਹ ਉੱਚੀ ਜਗ੍ਹਾ ਤੇ ਬੈਠੇ ਨੇ ਤੇ ਅਸੀਂ ਨੀਵੀਂ ਜਗ੍ਹਾ ਤੇ। ਜੇਕਰ ਅਸੀਂ ਇੱਕ ਵਾਰ ਹਮਲਾ ਕੀਤਾ ਤਾਂ ਸਾਡੇ ਘੱਟੋ ਘੱਟ 20,000 ਜਵਾਨ ਮਾਰੇ ਜਾਣਗੇ। नहीं नहीं, ए नुकसान बहुत ज्यादा है। ठहरो, मैंने सोचा दो। इस तरह करो, उन्हां दी तीरां दी मार तो 10 गज दूर होके बैठ जाओ। ਸਿੰਘਾਂ ਕੋਲ फिर 2 ही विकल्प रह जाएंगे। ਜਾਂ ਤਾਂ ਗੜੀ ਤੋਂ ਬਾਹਰ ਆ ਕੇ ਸਾਡੇ ਨਾਲ ਲੋਹਾ ਲੈਣ ਤੋਂ ਪਹਿਲਾਂ ਹੀ ਸਾਡੇ ਸਿਪਾਹੀਆਂ ਦੇ ਤੀਰਾਂ ਦੀ ਭੇਟ ਚੜਨਗੇ, ਜਾਂ ਆਪਣੇ ਗੁਰੂ ਸਮੇਤ ਮੇਰੇ ਸਾਹਮਣੇ ਆ ਕੇ ਘੁੱਟਨੇ ਟੇਕ ਦੇਣਗੇ। ਵੇਲਾ ਆ ਗਿਆ ਸ਼ਹੀਦੀਆਂ ਪਾਉਣ ਦਾ।
ਮੁਗਲ ਗੜੀ ਨੂੰ ਘੇਰ ਕੇ ਬੈਠ ਗਏ ਨੇ। ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਖਾਣ ਪੀਣ ਦਾ ਸਮਾਨ ਸੀਮਿਤ ਹੈ। ਗੁਰੂ ਸਾਹਿਬ ਦਾ ਹੁਕਮ ਹੈ, ਸਾਨੂੰ ਗੜੀ ਦੇ ਬਾਹਰ ਜਾ ਕੇ ਲੜਨਾ ਪਵੇਗਾ। ਠੀਕ ਹੈ, ਅਸੀਂ ਸਾਰੇ ਇੱਕੋ ਵਾਰ ਜਾ ਕੇ ਹੱਲਾ ਬੋਲ ਦਿਆਂਗੇ। ਘੱਟੋ ਘੱਟ ਸੈਂਕੜਿਆਂ ਨੂੰ ਧਰਤੀ ਤੇ ਵਿਛਾ ਦਿਆਂਗੇ। ਅਸੀਂ ਸੈਂਕੜੇ ਨਹੀਂ, ਹਜ਼ਾਰਾਂ ਨੂੰ ਮਾਰਾਂਗੇ, ਪਰ ਜਿਵੇਂ ਗੁਰੂ ਪਿਤਾ ਦਾ ਹੁਕਮ ਹੈ ਕਿ 5-5 ਸਿੰਘਾਂ ਦਾ ਜੱਥਾ ਮੁਗਲਾਂ ਨਾਲ ਲੜਨ ਵਾਸਤੇ ਗੜੀ ਤੋਂ ਬਾਹਰ ਜਾਵੇਗਾ। ਅਸੀਂ ਉਹਨਾਂ ਨੂੰ ਇੰਨਾ ਨੁਕਸਾਨ ਪਹੁੰਚਾਵਾਂਗੇ ਜਿੰਨਾ ਉਹਨਾਂ ਨੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ। ਪਹਿਲਾ ਜੱਥਾ ਲੈ ਕੇ ਮੈਂ ਜਾਵਾਂਗਾ। ਮੇਰੇ ਨਾਲ 4 ਸਿੰਘ ਜਾਣ ਵਾਸਤੇ ਤਿਆਰ ਹੋ ਜਾਣ। ਹੌਲੀ ਢੋਲ ਦਾ ਫਾਇਦਾ ਚੁੱਕ ਕੇ ਦੁਸ਼ਮਣ ਕੋਲ ਪਹੁੰਚਣਾ ਹੈ। लगता सिंह आ रहे ने, तू जाके देख। मैनू नहीं लगता, तू जा। दहाड़ बंद करो एसी। यही कुटिया की खबर है जी। कोई है? लगता है कोई आ गया है। जी हजूर। तो अनंतपुर वाले गुरु दे किसी परिवार वाले ਨੂੰ ਜਾਂ ਉਹਨਾਂ ਦੇ ਸਿੰਘਾਂ ਨੂੰ ਵੇਖਿਆ? ਤੁਹਾਡੇ ਤੋਂ ਪਹਿਲਾਂ ਇੱਕ ਟੋਲੀ ਤੁਹਾਡੇ ਸਿਪਾਹੀਆਂ ਦੀ ਆਈ ਸੀ ਤੇ ਇਹੀ ਪੁੱਛਦੇ ਸੀ। ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀ ਕਿ ਮੈਂ ਤਾਂ ਕੋਈ ਸਿੰਘ ਨਹੀਂ ਵੇਖਿਆ। ਲੱਗਦਾ ਬਸ਼ੀਰ ਖਾਨ ਦੀ ਟੋਲੀ ਹੋਵੇਗੀ। ਚਲੋ ਅਸੀਂ ਨਦੀ ਕਿਨਾਰੇ ਇਸ ਛੋਟੇ ਰਸਤੇ ਦੀ ਹੋ ਚੱਲਦੇ ਹਾਂ, ਉਹਨਾਂ ਨਾਲ ਛੇਤੀ ਮਿਲ ਜਾਵਾਂਗੇ। ਛੋਟੇ ਰਸਤੇ? ਵਾਹਿਗੁਰੂ ਰਾਖੀ ਕਰੇ। ਮਾਤਾ ਜੀ ਇੱਥੇ ਥੋੜੀ ਦੇਰ ਆਰਾਮ ਕਰ ਲਓ। फतेह सिंह, तू की सोच रहे फतेह सिंह? दादी माँ, माता जी की याद आ रही सी। याद ਤਾਂ ਮੈਨੂੰ ਵੀ ਆ ਰਹੀ ਸੀ, ਪਰ ਮਾਤਾ ਜੀ ਦੇ ਨਾਲ ਅਜੀਤ ਵੀਰਾ, ਜੁਝਾਰ ਵੀਰਾ ਤੇ ਗੁਰੂ ਪਿਤਾ ਜੀ ਤਾਂ ਹੋਣਗੇ ਨਾ ਦਾਦੀ ਮਾਂ? हाँ पुत्र, दादी माँ, माता जी भी सामने याद करते होंगे ना? की होया माता जी? तुसी फिकर ना करो माता जी, जिथे भी होंगे खुश होंगे। चौकड़ी एक दूजे तो बिना नहीं रह सकती। हे वाहिगुरु सुख रखी। वैद्या सिंह जी, 3 जत्थे गड़ी तो बाहर जा चुके ने। हुण अगला जत्था मैं लेके जावांगा। बस अरदास करन तो बाद गुरु पिता दा आशीर्वाद लेके आना।
ਠਹਿਰੋ ਅਜੀਤ ਸਿੰਘ ਜੀ, ਤੁਸੀਂ ਇਸ ਯੁੱਧ ਵਿੱਚ ਨਹੀਂ ਜਾ ਸਕਦੇ। ਕਿਉਂ ਨਹੀਂ ਜਾ ਸਕਦਾ? ਤੁਹਾਡੀ ਕੁਰਬਾਨੀ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਵੇਗਾ। ਮੈਨੂੰ ਸ਼ਹੀਦ ਹੋਏ ਸਿੰਘਾਂ ਨਾਲੋਂ ਵੱਖ ਕਰਕੇ ਨਾ ਦੇਖੋ ਭਾਈ ਦਇਆ ਸਿੰਘ ਜੀ। ਖਾਲਸਾ ਪੰਥ ਰਿਸ਼ਤਿਆਂ ਦਾ ਮੁਹਤਾਜ ਨਹੀਂ। ਮੈਂ ਆਪਣੇ ਗੁਰੂ ਪਿਤਾ ਨੂੰ ਚੰਗੀ ਤਰ੍ਹਾਂ ਜਾਣਦਾ। ਉਹ ਮੈਨੂੰ ਜੰਗ ਵਿੱਚ ਭੇਜਣ ਲਈ ਆਪਣੇ ਹੱਥਾਂ ਨਾਲ ਗੜੀ ਦਾ ਦਰਵਾਜ਼ਾ ਖੋਲ ਦੇਣਗੇ। ਅਜੀਤ ਸਿੰਘ ਆਪਣੀ ਜਿੱਤ ਤੇ ਅੜੇ ਹੋਏ ਨੇ। ਬਸ ਹੁਣ ਤਾਂ ਗੁਰੂ ਸਾਹਿਬ ਹੀ ਰੋਕ ਸਕਦੇ ਨੇ। ਦਿਲ ਪੀੜ ਤੋਂ ਬਚਾ ਨੈਣੀ ਲੁਕਾ ਕੇ ਪਾਣੀ ਗੁਜਰੀ ਦੇ ਪੋਤਿਆਂ ਦੀ ਸੁਣਿਓ ਜ਼ਰਾ ਕਹਾਣੀ। ਜ਼ੁਲਮੀ ਹਨੇਰਿਆਂ ਤੋਂ ਸਾਨੂੰ ਬਚਾਉਣ ਆਏ, ਚਾਨਣ ਲੁਟਾਉਣ ਆਏ, ਚਾਨਣ ਦੇ ਚਾਰ ਸਾਏ। ਕਿਰਪਾਨ ਭਾਰੀ ਹੈ ਨਾ? हाँ, इसलिए मैं गुरु पिताजी दी वड्डी नहीं छोटी तलवार लेके जावांगा। ਗੁਰੂ ਸਾਹਿਬ ਜੀ, ਅਸੀਂ ਤੁਹਾਡੇ ਕੋਲ ਇੱਕ ਫਰਿਆਦ ਕੀਤੀ ਸੀ, ਪਰ ਤੁਸੀਂ ਹੁਣ ਤੱਕ ਸਾਡੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਗੁਰੂ ਪਿਤਾ, ਮੈਂ ਯੁੱਧ ਵਿੱਚ ਜਾਣ ਲਈ ਤਿਆਰ ਹਾਂ। ਅਜੀਤ ਸਿੰਘ ਜੀ, ਤੁਸੀਂ ਨਾਮ ਮੇਰਾ ਅਜੀਤ ਹੈ। ਜਿੱਤਿਆ ਨਹੀਂ ਜਾਵਾਂਗਾ। ਜਿੱਤਿਆ ਗਿਆ ਅਗਰ ਜਿਉਂਦਾ ਨਹੀਂ ਆਵਾਂਗਾ। ਮੈਨੂੰ ਆਸ਼ੀਰਵਾਦ ਦਿਓ ਗੁਰੂ ਪਿਤਾ। ਦਸ਼ਮੇਸ਼ ਪਿਤਾ ਜੀ ਨੇ ਅਜੀਤ ਸਿੰਘ ਨੂੰ ਜੰਗ ਵਿੱਚ ਭੇਜ ਕੇ ਸਾਬਿਤ ਕਰ ਦਿੱਤਾ ਕਿ ਮਾਤਾ ਗੁਜਰੀ ਦੇ ਲਾਲ ਨੂੰ ਲੋਕਾਂ ਦੇ ਸਿਰ ਮੰਗਣ ਦਾ ਹੀ ਸ਼ੌਕ ਨਹੀਂ। ਜ਼ਰੂਰਤ ਪਵੇ ਤਾਂ ਕੌਮ ਦੀ ਖਾਤਰ ਉਹ ਆਪਣੇ ਪੁੱਤਰ ਦਾ ਵੀ ਸਿਰ ਦੇ ਸਕਦੇ ਨੇ। देशवा पर मोहे है शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं।